ਵਜ਼ੀਰੇ ਕਾਨੂੰਨ ਨਿਯੁਕਤਾਂ ਕਰ ਰਹੇ ਮੇਰੇ ਦੋਸਤ ਅਲਵੇਲਾ ਸਾਹਿਬ ਹਾਂਜੀ ਜ਼ਿੰਦਾਬਾਦ। ਉਹ ਤਾਂ ਜ਼ਿੰਦਾਬਾਦ। ਤੁਸੀਂ ਜੱਟਾਂ ਤੋਂ ਮਰਾਸੀ ਹੋਏ ਨੇ। ਹਾਂਜੀ ਚੋਖੂ ਮਰਾਸੀਆਂ ਤੁਸੀਂ ਮਰਾਸੀ ਦੇ ਜੱਟ ਹੋਏ ਜੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਨਾਜ਼ਰੀਨ, ਅਸੀਂ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਯੂਰੋ ਪੰਜਾਬੀ ਸ਼ੋਅ ਲੈ ਕੇ। ਮੈਂ ਤੁਹਾਡਾ ਮੇਜ਼ਬਾਨ ਸ਼ਫੀਕ ਜੱਟ ਤੇ ਮੇਰੇ ਸਾਥੀ ਨੇ ਨਾਲ ਮੇਰੇ ਮਲਕ ਮਸੂਦ ਸਾਹਿਬ, ਤੇ ਅਸੀਂ ਉਹਨਾਂ तमाम ਸਾਥੀਆਂ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਸਾਨੂੰ ਆਪਣੀ ਰਾਏ ਦਾ ਇਜ਼ਹਾਰ ਸਾਡੇ ਨਾਲ ਕਰਦੇ ਰਹਿੰਦੇ ਨੇ ਔਰ ਮੈਸੇਜ ਭੇਜਦੇ ਰਹਿੰਦੇ ਨੇ। ਤੇ ਇਨਸ਼ਾਅੱਲਾ ਅੱਜ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਨਵੀਆਂ ਗੱਲਾਂ ਹੋਣਗੀਆਂ। ਤੇ ਮਲਕ ਸਾਹਿਬ ਤੁਹਾਨੂੰ ਬਿਲਕੁਲ ਜੱਟ ਸਾਹਿਬ, ਆਪਣੇ ਨਾਜ਼ਰੀਨ ਦਾ ਸ਼ੁਕਰੀਆ ਜਿਹੜਾ ਉਹ ਤਾਂ ਪਹਿਲਾਂ ਕਰਨਾ ਚਾਹੀਦਾ, ਜਿਹੜਾ ਤੁਹਾਨੂੰ ਬੜੇ ਮੈਸੇਜ ਆਉਂਦੇ ਨੇ ਲੋਕਾਂ ਦੇ। ਤੁਸੀਂ ਪਹਿਲਾਂ ਪੜ੍ਹ ਕੇ ਸੁਣਾਉਂਦੇ ਸੀ, ਅੱਜ ਕੱਲ੍ਹ ਤੁਸੀਂ ਉਹ ਵੀ ਛੱਡੇ ਨੇ। ਉਹ ਸਰ ਅਸਲ 'ਚ ਪ੍ਰੋਗਰਾਮ ਜਿਹੜਾ ਉਹ ਇੱਕ ਲਿਸਟ ਕਾਫੀ ਲੰਮੀ ਹੁੰਦੀ ਹੈ। ਉਹ ਫਿਰ ਮੈਂ ਕਿਹਾ ਚਲੋ ਅਸੀਂ तमाम ਲਫ਼ਜ਼ ਦੇ ਵਿੱਚ ਸਾਰੇ ਸਾਥੀ ਜਿਹੜੇ ਸ਼ਾਮਲ ਹੋ ਜਾਂਦੇ ਨੇ। ਬਾਕੀ ਇਹ ਕਿ ਅਲਹਮਦੁਲਿਲਾ ਕਾਫੀ ਮੁਹੱਬਤ ਦਾ ਇਜ਼ਹਾਰ ਕਰ ਰਹੇ ਨੇ ਸਾਡੇ। ਜੀ ਜੀ ਬਿਲਕੁਲ, ਤੁਹਾਡਾ ਪ੍ਰੋਗਰਾਮ ਜਿਹੜਾ ਨਾ ਉਹ ਪੂਰੇ ਯੂਰਪ 'ਚ ਦੇਖਿਆ ਜਾਂਦਾ ਹੈ। ਇਹ ਮਤਲਬ ਤੁਹਾਡਾ ਵੀ ਪਾਕਿਸਤਾਨ ਵਿੱਚ ਯਕੀਨ ਮੈਂ ਤੁਸੀਂ ਪਾਕਿਸਤਾਨ ਦਾ ਜ਼ਿਕਰ ਕੀਤਾ ਜੀ। ਇੱਕ ਆਪਣਾ ਸਾਡੀ ਬਾਜੀ ਨੇ ਆਪਣਾ ਲਾਹੌਰ ਤੋਂ ਪ੍ਰਵੀਨ ਸਾਹਿਬ, ਅੱਛਾ ਬਾਜੀ ਪ੍ਰਵੀਨ ਉਹਨਾਂ ਦਾ ਨਾਮ ਹੈ। ਉਹਨਾਂ ਦਾ ਅਕਸਰ ਮੈਨੂੰ ਮੈਸੇਜ ਆਉਂਦਾ ਤੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ। ਉਹ ਕਹਿ ਰਹੇ ਸੀ ਕਿ ਤੁਹਾਡਾ ਜਿਹੜਾ ਮੈਂ ਪ੍ਰੋਗਰਾਮ ਆ ਬਕਾਇਦਗੀ ਨਾਲ ਦੇਖਦੀ ਹਾਂ। ਤੇ ਅਸੀਂ ਲਾਹੌਰ 'ਚ ਰਹਿੰਦੇ ਹਾਂ ਤੇ ਅਸੀਂ ਆਪਣੇ ਬੱਚਿਆਂ ਨਾਲ ਉਰਦੂ ਬੋਲਦੇ ਹਾਂ ਹਮੇਸ਼ਾ ਹੀ। ਮਤਲਬ ਉਰਦੂ 'ਚ ਅਸੀਂ ਗੱਲ ਕਰਦੇ ਹਾਂ ਤੇ ਉਰਦੂ ਉਹਨਾਂ ਨਾਲ ਸਾਰਾ ਕੁਝ ਕਰਦੇ ਹਾਂ। ਉਹ ਤੁਸੀਂ ਦੇਖਿਆ ਨਾ ਕਿ ਸ਼ਹਿਰੀ ਜਿਹੜੇ ਬੰਦਾ ਸ਼ਹਿਰ 'ਚ ਰਹਿੰਦਾ ਨਾ ਤਾਂ ਉਹ ਸਮਝਦਾ ਕਿ ਉਰਦੂ ਬੋਲਣ ਨਾਲ ਜ਼ਿਆਦਾ ਸ਼ਹਿਰੀ ਬੰਦਾ ਬਣਦਾ। ਅੱਛਾ, ਉਹ ਇਹੀ ਮੈਨੂੰ ਕਹਿ ਰਹੇ ਸੀ ਕਿ ਜਦੋਂ ਮੈਂ ਤੁਹਾਡਾ ਪ੍ਰੋਗਰਾਮ ਤੁਸੀਂ ਦੇਖਿਆ ਕਿ ਤੁਸੀਂ ਯੂਰਪ 'ਚ ਬਾਹਰ ਓਵਰਸੀਜ਼ में ਉੱਥੇ ਰਹਿ ਕੇ ਤੇ ਆਪਣੀ ਜ਼ਬਾਨ ਨੂੰ ਜ਼ਿੰਦਾ ਰੱਖਣ ਦੀ ਇੱਕ ਕੋਸ਼ਿਸ਼ ਕਰ ਰਹੇ ਹੋ। ਤੇ ਬਲਕਿ ਮੈਨੂੰ ਫਿਰ ਇਤਨਾ ਮਹਿਸੂਸ ਹੋਇਆ ਤੇ ਕਹਿੰਦੀ ਉਸ ਦਿਨ ਤੋਂ ਮੈਂ ਆਪਣੇ ਬੱਚਿਆਂ ਨਾਲ ਘਰ ਕੋਸ਼ਿਸ਼ ਕਰਦੀ ਮੈਂ ਪੰਜਾਬੀ 'ਚ ਗੱਲ ਕਰਾਂ। ਤੇ ਉਹ ਕ੍ਰੈਡਿਟ ਜਿਹੜੀ ਬਾਜੀ ਸਾਨੂੰ ਦੇ ਰਹੇ ਸੀ। ਮੈਂ ਕਿਹਾ ਨਹੀਂ, ਲੇਕਿਨ ਚਲੋ ਤੁਹਾਡੀ ਮੁਹੱਬਤ ਹੈ, ਲੇਕਿਨ ਤੁਸੀਂ ਕਾਮਯਾਬ ਹੋ ਗਏ ਜੇ। ਤੇ ਉਹਨਾਂ ਨੇ ਕਿਹਾ ਕਿ ਯਕੀਨ ਕਰੋ ਕਿ ਮੈਂ ਹੁਣ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਕਰਦੀ ਹਾਂ ਕਿ ਇਹ ਸਾਡੀ ਜ਼ਬਾਨ ਹੈ ਤੇ ਅਸੀਂ ਵਾਕਈ ਤੇ ਉਰਦੂ 'ਚ ਗੱਲ ਕਰਦੇ, ਪੰਜਾਬੀ ਦਾ ਜ਼ਿਕਰ ਹੀ ਕੋਈ ਨਹੀਂ। ਤੇ ਇਸ ਕਰਕੇ ਉਹਨਾਂ ਨੇ ਸਾਨੂੰ ਬੜੀ ਮੁਬਾਰਕਬਾਦ ਦਿੱਤੀ ਸੀ। ਉਹਨਾਂ ਦਾ ਚਲੋ ਮੈਸੇਜ ਕਰ ਛੜਿਆ। ਉਸ ਤੋਂ ਇਲਾਵਾ ਵੀ ਕਾਫੀ ਫੈਮਲੀਆਂ ਐਸੀਆਂ ਨੇ ਜਿਹੜੀਆਂ ਉਰਦੂ ਵੀ ਬੋਲਦੀਆਂ ਨੇ। ਚਲੋ ਇਹ ਮੈਂ ਇੱਕ ਲੇਟੈਸਟ ਜਿਹੜੀ ਉਹ ਮੇਰੇ ਮਤਲਬ ਸਾਹਮਣੇ ਗੱਲ ਸੀ। ਤੇ ਅੱਜ ਦਾ ਕੀ ਤੁਸੀਂ ਟੌਪਿਕ ਲਿਖਿਆ ਸੀ ਕਿ ਦੇਖੋ ਅੱਜ ਸਾਡੇ ਵਾਸਤੇ ਇਹ ਹੈ ਕਿ ਸਲੀਮ ਅਲਵੇਲਾ ਸਾਹਿਬ ਇੱਕ ਫਨਕਾਰ, ਥੀਏਟਰ ਦੀ ਦੁਨੀਆ ਦੇ ਇੱਕ ਬਹੁਤ ਵੱਡੇ ਫਨਕਾਰ ਨੇ। ਉਹ ਤੁਸੀਂ ਉਹਨਾਂ ਤੋਂ ਮਤਲਬ ਕਿ ਡਰਾਮੇ ਉਹਨਾਂ ਦੇ ਦੇਖੇ ਵੀ ਹੋ, ਤੁਸੀਂ ਉਹਨਾਂ ਨੂੰ ਕਾਫੀ ਪਸੰਦ ਵੀ ਕਰਦੇ ਹੋ। ਤੇ ਉਹ ਇੱਥੇ ਆਏ ਸੀ, ਜਿਹੜੀ ਮੁਲਾਕਾਤ ਸਾਡੀ ਉਹਨਾਂ ਨਾਲ ਰਹੀ, ਬੜੀ ਅੱਛੀ ਮੁਲਾਕਾਤ ਨਾਜ਼ਰੀਨ ਸਾਡੀ ਸਲੀਮ ਅਲਵੇਲਾ ਸਾਹਿਬ ਨਾਲ ਰਹੀ। ਅੱਛਾ, ਤੁਸੀਂ ਚਾਹੁੰਦੇ ਕਿ ਅੱਜ ਜ਼ਰਾ ਟੌਪਿਕ ਅੱਜ ਮੈਂ ਇਹ ਸਮਝਦਾ ਕਿ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਅਸੀਂ ਆਪਣਾ ਥੀਏਟਰ ਦੇ ਉੱਤੇ ਗੱਲ ਕਰਾਂਗੇ। ਤੇ ਕਿਉਂਕਿ ਸਲੀਮ ਅਲਵੇਲਾ ਸਾਹਿਬ ਇੱਕ ਆਖਰੀ ਸਾਡੇ ਕੋਲ ਆਏ ਨੇ ਔਰ ਸਾਨੂੰ ਉਹ ਮਤਲਬ ਕਿ ਉਹਦੇ 'ਤੇ ਗੱਲ ਕਰਨੀ ਵੀ ਚਾਹੀਦੀ ਹੈ। ਉਹਨਾਂ ਦੇ ਕੋਲੋਂ ਵੀ ਸਾਨੂੰ ਕਾਫੀ ਅੱਛੀਆਂ ਗੱਲਾਂ ਮਤਲਬ ਸਾਡੇ ਨੌਲੇਜ 'ਚ ਵੀ ਆਈਆਂ। ਤੇ ਮੈਂ ਤੁਹਾਡੀ ਗੱਲ ਕਰਦੀ ਸਲੀਮ ਅਲਵੇਲਾ ਸਾਹਿਬ ਨਾਲ ਮਾਸ਼ਾਅੱਲਾ ਦੇਖਿਆ ਸੀ। ਉਹ ਤਾਂ ਐਕਟਰ ਸੀ ਉਹਨਾਂ ਸਟੇਜ ਦੇ। ਮੈਂ ਉਸ ਤੇ ਨਵਾਂ ਇੱਕ ਐਕਟਰ ਦੇਖਿਆ ਹੈ। ਉਹ ਨਾਜ਼ਰੀਨ ਦੱਸਦੀ ਹੈ ਕਿ ਜੱਟ ਸਾਹਿਬ ਵੀ ਬੜੇ ਜ਼ਬਰਦਸਤ ਸੀ। ਉਹ ਕੁਦਰਤੀ ਗੱਲ ਹੈ ਕਿ ਉਹ ਸਲੀਮ ਅਲਵੇਲਾ ਸਾਹਿਬ ਨੂੰ ਦੇਖ ਕੇ ਨਾ ਉਹ ਸਾਡਾ ਵੀ ਅੰਦਰ ਦਾ ਮਰਾਸੀ ਜਾਗ ਗਿਆ। ਉਹ ਇਹਨਾਂ ਬੰਦੇ ਹੀ ਕਹਿ ਰਹੇ ਸੀ ਨਾਲ ਸ਼ਫੀਕ ਜੱਟ ਲਖਾਉਂਦੇ ਨਾ, ਲੇਕਿਨ ਉਹ ਇਹ ਲੱਗਦੇ ਨਹੀਂ, ਉਹ ਵਾਕਈ ਉਹ ਤਬੀਅਤ ਦਾ ਮਰਾਸੀ ਨਹੀਂ ਜਾਗਿਆ। ਮੈਂ ਖੁਦ ਮਹਿਸੂਸ ਕੀਤਾ ਕਿ ਉਸ ਨੂੰ ਮਰਾਸੀ ਜਾਗਿਆ। ਲੇਕਿਨ ਉਹ ਇੱਕ ਮਲਕ ਸਾਹਿਬ ਅਸਲ 'ਚ ਨਾ ਇੱਕ ਖੁਸ਼ੀ ਜੀ ਮਹਿਸੂਸ ਹੋਈ ਸੀ। ਯਾਨੀ ਤੁਹਾਡੇ ਅੰਦਰ ਦਾ ਫਨਕਾਰ ਜਾਗ ਗਿਆ। ਫਨਕਾਰ ਜਾਗ ਗਿਆ ਅਸਲ 'ਚ। ਉਹ ਸਲੀਮ ਅਲਵੇਲਾ ਸਾਹਿਬ ਨਾਲ ਮਿਲ ਕੇ ਯਕੀਨ ਕਰੋ ਕਿ ਤੁਸੀਂ ਚੀਜ਼ ਦੇਖੀ ਹੋਣੀ ਹੈ। ਇੱਥੇ ਇਹਨਾਂ ਦੇ ਲੀਡਰ ਆਏ ਨੇ, ਬੜੀਆਂ ਮੁਲਾਕਾਤਾਂ ਅਸੀਂ ਅਲਹਮਦੁਲਿਲਾ ਲੀਡਰਾਂ ਨਾਲ ਵੀ ਕਰ ਚੁੱਕੇ ਹਾਂ। ਲੇਕਿਨ ਸਲੀਮ ਅਲਵੇਲਾ ਸਾਹਿਬ ਨਾਲ ਮਿਲ ਕੇ ਨਾ ਇੱਕ ਸਪੈਸ਼ਲ ਜੀ ਖੁਸ਼ੀ ਹੋਈ ਕਿ ਯਾਰ ਇਹ ਲੋਕ ਸਾਡੇ ਚਿਹਰਿਆਂ 'ਤੇ ਮਤਲਬ ਦੇਖੋ ਖੁਸ਼ੀਆਂ ਬਖੇਰਦੇ ਨੇ। ਮਤਲਬ ਅੱਜ ਦੇ ਇਤਨਾ ਸਟ੍ਰੈਸ ਦੇ ਦੌਰ ਦੇ ਵਿੱਚ ਮਲਕ ਸਾਹਿਬ ਨਹੀਂ ਬਿਲਕੁਲ ਉਹ ਆਏ ਸਨ। ਲੱਗ ਨਹੀਂ ਰਿਹਾ ਸੀ ਕਿ ਮੁਖਤਲਿਫ ਬੰਦੇ ਬੈਠੇ ਨੇ, ਮੁਖਤਲਿਫ ਸਿਆਸੀ ਜਮਾਤਾਂ ਹੋ ਗਈਆਂ। ਮੈਂ ਸਮਝਦਾ ਸਿਆਸਤ ਤੋਂ ਹਟ ਕੇ ਇੱਕ ਹਰ ਗੱਲ ਜੋ ਦੇਖਿਆ ਤੁਸੀਂ ਫਨਕਾਰ ਬੰਦਾ ਜਿਹੜਾ ਹੁੰਦਾ ਹੈ, ਹਾਂਜੀ, ਉਹ ਬੈਠੇ ਕੋਈ ਚੀਜ਼ ਦੇਖਦਾ ਇੱਕਦਮ ਉਹਨੂੰ ਅਬਜ਼ਰਵ ਕਰਦਾ ਹੈ। ਛੋਟੀ ਜਿਹੀ ਗੱਲ ਤੋਂ ਪੈਦਾ ਕਰ ਦਿੰਦੇ ਸੀ। ਉਹ ਐਸੀ ਗੱਲ ਕਰ ਜਾਂਦਾ ਹੈ ਕਿ ਤੁਸੀਂ ਦੇਖੇ ਕਿ ਸਾਰੇ ਬੰਦੇ ਹੀ ਬੜੇ ਖੁਸ਼ ਸਨ ਕਿ ਯਾਰ ਵਾਕਈ ਬੰਦਾ ਇੱਕ ਫਨਕਾਰ ਜਿਹੜਾ ਹੁੰਦਾ ਨਾ ਕੁਦਰਤੀ ਤੌਰ ਤੇ ਹਾਂਜੀ ਉਹਦੇ ਅੰਦਰ ਮਜ਼ਾਕ ਦੀ ਹਿੱਸ ਹੁੰਦੀ ਹੈ। ਠੀਕ ਹੈ, ਮਜ਼ਾਕ ਤੇ ਖੁਦ ਉਹ ਆਪ ਵੀ ਚਿੜੀਆਂ ਦੇ ਕੌਂਸਲ ਲੱਗ ਰਹੇ ਸੀ। ਤੁਸੀਂ ਦੇਖਿਆ ਨਹੀਂ ਕਿ ਸਾਡਾ ਇੱਕ ਦੋਸਤ ਆਇਆ ਤਾਂ ਉਹਦੇ ਸਿਰ ਤੇ ਵਾਲ ਸੜਾ ਜਾਂਦੇ, ਉਹ ਕਹਿੰਦੇ ਨੇ ਇਮਰਾਨ ਖਾਨ ਜਿਹੜੇ ਪੌਦੇ ਨੇ ਕਿਸੇ ਨੇ ਸਿਰ ਤੇ ਲਾ ਲਿਆ। ਉਹ ਦੇਖੋ ਉਹਦੇ ਵਾਲ ਦੇ ਕੇ ਚਿੜੀ ਦੀ ਬਣਾਈ ਸੀ ਤੇ ਉਹਨਾਂ ਕਿਹਾ ਜੀ ਇਹ ਇਮਰਾਨ ਖਾਨ ਸਕੀਮ ਦੇ ਵਿੱਚ ਪੌਦਾ ਲਾਇਆ ਜੀ। ਉਹ ਇੱਕ ਬੰਦੇ ਕਾਫੀ ਮਜ਼ਾਕ ਪੈਦਾ ਹੋਇਆ। ਤੇ ਇਹ ਮੈਂ ਸਮਝਦਾ ਕਿ ਇੱਕ ਬੜੀ ਅੱਛੀ ਉਹ ਚੀਜ਼ ਹੈ। ਲੇਕਿਨ ਮਤਲਬ ਸਾਹਿਬ ਤੁਸੀਂ ਇਹ ਦੇਖੋ ਕਿ ਥੀਏਟਰ ਜਿਹੜਾ ਔਰ ਮਤਲਬ ਕਿ ਸਟੇਜ ਸੀ ਪਾਕਿਸਤਾਨ ਦੇ ਵਿੱਚ ਇੱਕ ਦੌਰ 'ਤੇ ਤੁਸੀਂ ਅਗਰ ਪਿੱਛੇ ਚਲੇ ਜਾਓ, ਮਤਲਬ ਕੋਈ ਮੈਂ ਸਮਝਦਾ ਕੋਈ 20 ਜਾਂ 22 23 ਸਾਲ ਪਹਿਲੇ ਜਾਂ 25 ਸਾਲ ਪਹਿਲੇ ਬੜਾ ਰੂਸ ਸੀ। ਯਕੀਨ ਕਰੋ ਲਾਹੌਰ ਦੇ ਵਿੱਚ ਫੈਮਲੀਆਂ ਨਿਕਲਦੀਆਂ ਸੀ ਔਰ ਜਾ ਕੇ ਬੜੇ ਸ਼ੌਕ ਦੇ ਨਾਲ
ਥੀਏਟਰ ਦੇਖਦੇ ਸੀ ਔਰ ਬੜੀ ਸਟੋਰੀ ਹੁੰਦੀ ਸੀ ਔਰ ਬੜੀ ਜਾਨਦਾਰ ਮਤਲਬ ਸਟੋਰੀ ਨਹੀਂ ਹੁੰਦੀ ਸੀ। ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ। ਔਰ ਖਾਸ ਕਰ ਅਲਬੇਲਾ ਸਾਹਿਬ ਨੇ ਇਹ ਜ਼ਿਕਰ ਕੀਤਾ ਸੀ ਕਿ ਔਰ ਅਸੀਂ ਵੀ ਖੁਦ ਵੀ ਦੇਖਦੇ ਸੀ ਸਕੂਲ ਕਾਲਜ ਜਿਹੜੇ ਜਾਂਦੇ ਸੀ ਤੇ ਪੰਜਾਬੀ ਸਟੇਜ ਜਿਹੜਾ ਨਾ ਹਮੇਸ਼ਾ ਉਹ ਫਿਲਮਾਂ ਤੁਹਾਨੂੰ ਪਤਾ ਇੰਨੀ ਵੱਡੀ ਫਿਲਮ ਹੁੰਦੀ ਸੀ ਉਹ ਸਪੈਸ਼ਲ ਲੈ ਕੇ ਆਈ ਦੀ ਸੀ ਦੇਖੀ ਦੀ ਸੀ ਔਰ ਬੜਾ ਮਜ਼ਾਇਆ ਯਾਨੀ ਇੱਕ ਥੀਏਟਰ ਜਿਹੜਾ ਪਾਕਿਸਤਾਨ ਦਾ ਥੀਏਟਰ ਜਿਹੜਾ ਨਾ ਅਸੀਂ ਹਿੰਦੁਸਤਾਨ ਦੇ ਵੀ ਦੇਖਣ ਡਰਾਮੇ ਵਗੈਰਾ ਲੇਕਿਨ ਉਹ ਜਿਹੜਾ ਪਾਕਿਸਤਾਨ ਦਾ ਜਿਹੜਾ ਇੱਕ ਕਮੇਡੀ ਹੈ ਉਹ ਮੇਰੇ ਖਿਆਲ 'ਚ ਇਸ ਤਰ੍ਹਾਂ ਦੀ ਕਮੇਡੀ ਕਿਸੇ ਦਾ ਨਹੀਂ। ਸਰ ਇਹ ਇੰਡੀਆ ਵਾਲੇ ਖੁਦ ਵੀ ਕਹਿ ਚੁੱਕੇ ਨੇ ਕਿ ਜੋ ਪਾਕਿਸਤਾਨ ਦਾ ਸਟੇਜ ਦਾ ਫਨਕਾਰ ਹੈ ਉਹ ਅੱਜ ਤੱਕ ਸਾਡੇ ਕੋਲ ਵੀ ਨਹੀਂ ਹੈ। ਮਤਲਬ ਸਾਡੇ ਕੀਮਤੀ ਬੜੇ ਜ਼ਬਰਦਸਤ ਦੇਖੋ ਤੁਸੀਂ ਤੁਹਾਡੇ ਲਈ ਗੱਲ ਕਿ ਫੈਮਲੀਆਂ ਵੀ ਦੇਖਦੀਆਂ ਹੁੰਦੀਆਂ ਸਨ ਹਾਂਜੀ ਲੇਕਿਨ ਜ਼ਾਹਿਰ ਹੈ ਉਹ ਜਿਹੜੇ ਆਸਤਾ ਵਕਤ ਦੇ ਨਾਲ ਥੋੜੀ ਚੇਂਜਿੰਗ ਆ ਉਹ ਗਈ। ਅਸਲ 'ਚ ਨਾ ਤੁਸੀਂ ਮੈਂ ਤੁਹਾਨੂੰ ਪੁਰਾਣਾ ਇਹ ਜਦੋਂ ਆਪਣਾ ਕਰਾਚੀ ਦੇ ਉਮਰ ਸਾਹਿਬ ਉਹ ਆਪਣਾ ਉਮਰ ਸ਼ਰੀਫ ਸਾਹਿਬ ਡਰਾਮਾ ਉਹਨਾਂ ਦਾ ਔਰ ਅਮਾਨੁੱਲਾ ਅਲਬੇਲਾ ਸਾਹਿਬ ਬੜਾ ਮਸ਼ਹੂਰ ਹੋ ਗਿਆ ਸੀ ਇਹਨਾਂ ਦਾ। ਇਹਨਾਂ ਲੋਕਾਂ ਨੇ ਇੱਕ ਇਸ ਤਰ੍ਹਾਂ ਬਣਾਇਆ ਸੀ ਕਿ ਲੋਕ ਸ਼ਾਮ ਨੂੰ ਬੜੀ ਸ਼ੌਕ ਨਾਲ ਬੱਚਿਆਂ ਨਾਲ ਤਫਰੀਹ ਵਾਸਤੇ ਨਿਕਲਦੇ ਨੇ ਬੜੀ ਰਿਲੈਕਸ ਕਰਕੇ ਆਉਂਦੇ ਸੀ ਲੇਕਿਨ ਜਿਸ ਤਰ੍ਹਾਂ ਕਮਰਸ਼ੀਅਲ ਹੁੰਦਾ ਗਿਆ ਉਹ ਗਾਣਿਆਂ ਦੇ ਵਿੱਚ ਨਾਲ ਫਿਰ ਕੋਈ ਮਤਲਬ ਲੜਕੀਆਂ ਦਾ ਵੀ ਸ਼ਾਮਲ ਹੋਏ ਫਿਰ ਚਲੋ ਡਾਂਸ ਦੀ ਹੱਦ ਤੱਕ ਵੀ ਚਲੋ ਮੈਂ ਸਮਝਦਾ ਕੋਈ ਥੋੜਾ ਚੱਲ ਰਿਹਾ ਸੀ ਲੇਕਿਨ ਯਕਦਮ ਫਿਰ ਇੱਕ ਜਿਹੜੀ ਫਾਸ਼ਿਟੀ ਜੀ ਆ ਗਈ ਤੁਸੀਂ ਫਾਸ਼ ਕਿਸਮ ਦੀ ਗੱਲਾਂ ਕਰਨੀਆਂ ਫਾਸ਼ ਗੁਫ਼ਤਗੂ ਡਾਂਸ ਕਰਨੇ ਇਸ ਤਰ੍ਹਾਂ ਦੇ ਫਿਰ ਉਹ ਜ਼ਾਹਿਰ ਆਸਤੇ ਲੋਕ ਪਿੱਛੇ ਹਟ ਜਾਂਦੇ ਨੇ ਇੱਕ ਕਲਚਰ ਹੁੰਦਾ ਹੈ ਲੇਕਿਨ ਹਰ ਬੰਦਾ ਤੇ ਉਹਨੂੰ ਚੰਦ ਲੋਕ ਹੁੰਦੇ ਜਿਹੜੇ ਇਸ ਤਰ੍ਹਾਂ ਚੀਜ਼ਾਂ ਪਸੰਦ ਕਰਦੇ ਨੇ ਠੀਕ ਹੈ ਹਾਂਜੀ ਜ਼ਿਆਦਾਤਰ ਲੋਕ ਕਿਉਂ ਹਟ ਗਏ ਥੇ ਜਦੋਂ ਕਿਉਂ ਹਟ ਗਏ ਜੀ ਔਰ ਤਬਾਹੀ ਵੀ ਦੇਖ ਲਓ ਹੁਣ ਬਹੁਤ ਐਸੇ ਬਹੁਤ ਘੱਟ ਥੀਏਟਰ ਹੈਗੇ ਜਿੱਥੇ ਡਰਾਮੇ ਹੁੰਦੇ ਨੇ ਜੀ ਜੀ ਕਿਉਂਕਿ ਵੱਡੇ ਵੱਡੇ ਜਿਹੜੇ ਫਨਕਾਰ ਜਿਹੜੇ ਜਿਹਨਾਂ ਨੂੰ ਦੁਨੀਆ ਜਾਣਦੀ ਸੀ ਉਹ ਸਾਰੇ ਥੀਏਟਰ ਦਾ ਛੱਡ ਗਏ ਨੇ ਹੁਣ। ਨਹੀਂ ਉਹ ਮਤਲਬ ਸਾਹਿਬ ਕੋਈ ਵਜ੍ਹਾ ਫਿਰ ਇਹ ਬਣੀ ਨਾ ਕਿ ਉਹ ਫਾਸ਼ ਗੁਫ਼ਤਗੂ ਫਿਰ ਫੈਮਲੀਆਂ ਜਾਣੀਆਂ ਸੀ ਉਹ ਜਦੋਂ ਗੁਫ਼ਤਗੂ ਸੁਣਦੀਆਂ ਸੀ ਉਹ ਕਹਿੰਦੇ ਕਿ ਅਸੀਂ ਪ੍ਰੋਗਰਾਮਾਂ 'ਚ ਨਹੀਂ ਜਾਣਾ ਫਿਰ ਆਸਾ ਇਤਨਾ ਜ਼ਵਾਲ ਆਇਆ ਕਿ ਇਹ ਮਤਲਬ ਕਿ ਜਿਹੜੇ ਇਹ ਸਾਡੇ ਲੋਕ ਸੀ ਇਹ ਵੀ ਵਿਚਾਰੇ ਬੇਰੋਜ਼ਗਾਰ ਬੜੇ ਪਰੇਸ਼ਾਨ ਸੀ ਲੇਕਿਨ ਉਹਨਾਂ 'ਚ ਇੱਕ ਸੁਹੇਲ ਅਹਿਮਦ ਸਾਹਿਬ ਇੱਕ ਐਸਾ ਸਟੇਜ ਦਾ ਫਨਕਾਰ ਸੀ ਕਿ ਉਸ ਆਦਮੀ ਨੇ ਪਹਿਲੀ ਦਫਾ ਆਵਾਜ਼ ਚੁੱਕੀ ਸੀ ਕਿ ਨਹੀਂ ਵੀ ਇਹ ਜੋ ਹੋ ਰਿਹਾ ਫਾਸ਼ ਗੁਫ਼ਤਗੂ ਡਾਂਸ ਫਾਸ਼ ਫਾਸ਼ ਗਾਣੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਵਾਜ਼ ਚੁੱਕੀ ਕਿ ਮੈਂ ਮਤਲਬ ਕਿ ਐਸੇ ਪ੍ਰੋਗਰਾਮ ਨਹੀਂ ਕਰਾਂਗਾ ਉਸ ਤੋਂ ਬਾਅਦ ਇੱਕ ਕਾਫੀ ਆਸਤਾ ਉਹ ਮਤਲਬ ਉਹਨਾਂ ਨੇ ਆਪਣੀ ਆਵਾਜ਼ ਜਾਰੀ ਰੱਖੀ ਲੇਕਿਨ ਪ੍ਰੋਗਰਾਮ ਵੀ ਖੈਰ ਹੁੰਦੇ ਰਹੇ ਲੇਕਿਨ ਉਹ 'ਚ ਇਹ ਹੋਇਆ ਕਿ ਫੈਮਲੀਆਂ ਦੂਰ ਹੋ ਗਈਆਂ ਫਿਰ ਉਹ ਸਿਰਫ ਰਹਿ ਗਿਆ ਮਰਦਾਂ ਵਾਸਤੇ ਠੀਕ ਹੈ ਮਤਲਬ ਯਾਸ਼ੀ ਟਾਈਮ ਯਾਨੀ ਕਿ ਉਹ ਚੀਜ਼ ਬਣ ਗਈ ਸੀ ਲੇਕਿਨ ਆਸਾ ਵਕਤ ਨੇ ਉਹ ਫਿਰ ਇਹਨਾਂ ਲੋਕਾਂ ਨੇ ਸਿੱਖਿਆ ਆਪਣੀਆਂ ਗਲਤੀਆਂ ਨੂੰ ਫੜਿਆ ਕੋਈ ਜਿਹੜੀਆਂ ਗੌਰਮੈਂਟਾਂ ਸੀ ਉਹਨਾਂ ਨੇ ਕਾਫੀ ਜੁਰਮਾਨੇ ਵਗੈਰਾ ਵੀ ਆਇਦ ਕੀਤੇ ਤੇ ਇਹ ਆਸਾ ਸਲੋ ਹੋਇਆ ਫਿਰ ਉਸ ਤੋਂ ਬਾਅਦ ਸੁਹੇਲ ਅਹਿਮਦ ਸਾਹਿਬ ਨੇ ਇੱਕ ਮਤਲਬ ਟੈਲੀਵਿਜ਼ਨ ਦੇ ਉੱਤੇ ਆਪਣਾ ਸ਼ੋਅ ਲੈ ਕੇ ਆਇਆ ਸੀ ਬੜਾ ਅੱਛਾ ਸਿਆਸੀ ਲਿਹਾਜ਼ ਹਸਬੇ ਹਾਲ ਉਹ ਅੱਜ ਵੀ ਚੱਲ ਰਿਹਾ ਲੇਕਿਨ ਉਹਨਾਂ ਦੇ ਜਿਹੜੇ ਅਫਤਾਬ ਇਕਬਾਲ ਸਾਹਿਬ ਨੇ ਸ਼ੁਰੂ ਕੀਤਾ ਸੀ ਉਹਨਾਂ ਨੇ ਜੀ ਦੋ ਬੰਦੇ ਬੈਠੇ ਆਪੇ ਯਾਨੀ ਕਿ ਅੱਛਾ ਇੱਕ ਪੈਗਾਮ ਵੀ ਲੋਕਾਂ ਨੂੰ ਦਿੰਦੇ ਸਨ ਪੈਗਾਮ ਸੀ ਔਰ ਨਾਲ ਮਜ਼ਾਕ ਵੀ ਸੀ ਔਰ ਬੜਾ ਅੱਛੇ ਤਰੀਕੇ ਨਾਲ ਲੋਕ ਮਤਲਬ ਉਹਨੂੰ ਉਹਦੇ ਨਾਲ ਥੀਏਟਰ ਤੋਂ ਬਾਅਦ ਹੁਣ ਜਿੰਨੇ ਵੀ ਮਜ਼ਾਇਆ ਅਦਾਕਾਰ ਜਿਹੜੇ ਨੇ ਉਹ ਹਰ ਟੀਵੀ ਤੁਸੀਂ ਦੇਖਦੇ ਚੈਨਲ ਦੇਖਦੇ ਹੋ ਉਹਨਾਂ ਇੱਕ ਮਜ਼ਾਇਆ ਪ੍ਰੋਗਰਾਮ ਲਾਜ਼ਮੀ ਰੱਖਿਆ ਹੁੰਦਾ ਹੈ ਜਿਹਦੇ ਚਲੋ ਰੋਜ਼ਗਾਰ ਵੀ ਮਿਲ ਗਿਆ ਇਹਨਾਂ ਲੋਕਾਂ ਨੂੰ ਠੀਕ ਹੈ ਔਰ ਇੱਕ ਕਮੇਡੀ ਵੀ ਇੱਕ ਜਿਹੜੀ ਕਿਉਂਕਿ ਟੀਵੀ ਦੇ ਉੱਤੇ ਕਮੇਡੀ ਜਿਹੜੀ ਫਟ ਕੇ ਥੋੜੀ ਹੁੰਦੀ ਹੈ ਔਰ ਐਸੇ ਲੋਕ ਜਿਹੜੇ ਲੋਕ ਕਿਉਂਕਿ ਘਰਾਂ 'ਚ ਦੇਖਦੇ ਨੇ ਔਰਤਾਂ ਦੇਖਦੀਆਂ ਉਹ ਮੇਰੇ ਖਿਆਲ 'ਚ ਆਸਾ ਜਿਹੜਾ ਮਜ਼ਾਕ ਉਹ ਜਿਹੜੀ ਇੱਕ ਚੀਜ਼ ਜਿਹੜੀ ਇਹ ਮਤਲਬ ਕਿ ਫਨਕਾਰ ਦੀ ਇਹ ਮਤਲਬ ਕਿ ਉਹ ਇੱਕ ਜ਼ਵਾਲ ਆਇਆ ਸੀ ਨਾ ਉਹ ਹੁਣ ਇੱਕ ਸੂਰਤ 'ਚ ਮੈਂ ਸਮਝਦਾ ਵਾਪਸ ਆ ਗਿਆ ਔਰ ਲੋਕ ਆਪਣਾ ਰੋਜ਼ਗਾਰ ਵੀ ਚੱਲ ਪਏ ਬੇਰੋਜ਼ਗਾਰ ਹੋ ਗਏ ਤੇ ਯਕੀਨ ਕਰੋ ਤੁਸੀਂ ਕੋਈ ਇਹਨਾਂ ਦਾ ਡਰਾਮਾ ਲਾ ਲਓ ਨਾ ਤੇ ਤੁਸੀਂ ਜਿੰਨੇ ਮਰਜ਼ੀ ਸਟ੍ਰੈਸ ਜਾਂ ਟੈਨਸ਼ਨ ਦੇ ਵਿੱਚ ਹੋ ਉਹ ਤੁਸੀਂ ਉਹਨਾਂ ਦੀ 10 ਮਿੰਟ ਸੁਣਦੇ ਹੋ ਤੁਸੀਂ ਰਿਲੈਕਸ ਹੋ ਜਾਂਦੇ ਹੋ ਕਿਉਂਕਿ ਸਟੇਜ ਦੇ ਉੱਤੇ ਜਿਹੜੇ ਲੱਗੇ ਰਹੇ ਸਨ ਉਹ ਜ਼ਾਹਿਰ ਉਹਨਾਂ ਨੇ ਫਿਰ ਪੈਸਾ ਕਮਾਇਆ ਆਪਣਾ ਤੇ ਜਿਹੜੇ ਛੱਡ ਗਏ ਸਨ ਉਹ ਬੇਰੋਜ਼ਗਾਰ ਹੀ ਹੋ ਗਏ ਜਿਹੜੇ ਐਸੇ ਨਹੀਂ ਗੱਲਾਂ ਨਹੀਂ ਸੀ ਕਰਨਾ ਚਾਹੁੰਦੇ ਲੇਕਿਨ ਚਲੋ ਬਹਰਹਾਲ ਹੁਣ ਫਿਰ ਕਮੇਡੀ ਜਿਹੜੀ ਪਾਕਿਸਤਾਨ ਦੀ ਜਿਹੜੀ ਬਹੁਤ ਬੜੇ ਅਰੂਜ ਤੇ ਤੇ ਅਲਬੇਲਾ ਸਾਹਿਬ ਜਿਹੜੇ ਜੀ ਉਹ ਬੈਲਜੀਅਮ ਦੇ ਵਿੱਚ ਆਪਣਾ ਇਹ ਉਹਨਾਂ ਦੇ ਨਾਲ ਫੈਸਲਾਬਾਦ ਦੇ ਸ਼ਫਕਤ ਰਜ਼ਾ ਸਾਹਿਬ ਜਿਹੜੇ ਮਤਲਬ ਕਿ ਉਹਨਾਂ ਦੇ ਨਾਲ ਸੀ ਉਹ ਤੁਸੀਂ ਵੀ ਫੈਸਲਾਬਾਦ ਹੀ ਹੈ ਨਾ ਤੁਸੀਂ ਸਾਰੇ ਤਾਂ ਹੀ ਜੁੱਤਾਂ ਤੁਹਾਨੂੰ ਆ ਰਹੀਆਂ ਸਨ ਮੈਂ ਤੁਹਾਡੀ ਰਿਕਾਰਡ ਵੀ ਕੀਤੀ ਸੀ ਜੁਗਤ ਮਾਰ ਰਹੇ ਸੀ ਤੁਸੀਂ ਇਹਨਾਂ ਨੂੰ ਅੱਛਾ ਨਹੀਂ ਉਹ ਕੀ ਹੋ ਗਿਆ ਇਹ 'ਚ ਕੋਈ ਸ਼ੱਕ ਨਹੀਂ ਜਿਹੜੇ ਫੈਸਲਾਬਾਦ ਦੇ ਲੋਕ ਨੇ ਬੜੇ ਮਜ਼ਾਹੀਆ ਲੋਕ ਨੇ ਔਰ ਬੜੇ ਮਤਲਬ ਸੌਫਟਰ ਮਤਲਬ ਮਜ਼ਾਹੀਆ ਲੋਕ ਨੇ ਔਰ ਫੈਸਲਾਬਾਦ ਦੇ ਵਿੱਚੋਂ ਮੈਂ ਸਮਝਦਾ ਤੁਹਾਡੇ ਸਟੇਜ ਦੇ ਉੱਤੇ ਕੋਈ 75% ਜਿਹੜੇ ਐਕਟਰ ਨੇ ਫੈਸਲਾਬਾਦ ਤੋਂ ਗਏ ਨੇ ਇੱਕ ਆਮ ਆਦਮੀ ਨੇ ਵੀ ਉੱਥੇ ਤੁਸੀਂ ਗੁਫ਼ਤਗੂ ਕਰੋ ਨਾ ਤੇ ਉਹ ਤੁਹਾਡੇ ਨਾਲ ਫੈਸਲਾਬਾਦ ਦੀ ਨਹੀਂ ਮੈਂ ਲਾਸਟ ਟਾਈਮ ਤੁਹਾਨੂੰ ਪਾਕਿਸਤਾਨ ਦੀ ਗੱਲ ਸੁਣਾ ਪਾਕਿਸਤਾਨ ਗਿਆ ਤੂੰ ਇੰਝ ਬੈਠੇ ਸੀ ਮੈਂ ਇੱਕ ਬੰਦੇ ਨੂੰ ਪੁੱਛਿਆ ਯਾਰ ਟਾਈਮ ਕੀ ਹੋਇਆ ਕਹਿੰਦਾ ਭਾਈ ਦਵਾਈ ਖਾਣੀ ਤੁਸੀਂ ਹਰ ਗੱਲ ਦੇ ਵਿੱਚ ਜਾਨੀ ਕਿ ਉਹਨਾਂ ਨੇ ਆਪਣਾ ਇੱਕ ਮਤਲਬ ਕਿ ਮਜ਼ਾਕ ਰੱਖਿਆ ਤੁਸੀਂ ਇਹ ਵੀ ਤਾਂ ਦੱਸੋ ਨਾ ਜਦੋਂ ਤੁਸੀਂ ਪਾਕਿਸਤਾਨ ਗਏ ਤੁਹਾਨੂੰ ਪਤਾ ਨਾ ਡਾਕੂ ਸ਼ਾਕੂ ਵੀ ਪੈ ਜਾਂਦੇ ਨੇ ਬੰਦਿਆਂ ਠੀਕ ਹੈ ਤੁਹਾਨੂੰ ਡਾਕੂ ਤੁਹਾਡੇ ਕੋਲ ਘੜੀ ਖੋਹ ਕੇ ਲੈ ਕੇ ਨਾ ਚਪੇੜਾ ਵੀ ਮਾਰ ਗਿਆ ਤੁਹਾਨੂੰ ਤੁਸੀਂ ਉਹਦੇ ਵਿੱਚ ਦੌੜਨ ਦੇ ਤੁਹਾਨੂੰ ਨਾਲ ਸਿਆਣਾ ਬੰਦਾ ਸੀ ਕਹਿੰਦਾ ਜੱਟ ਸਾਹਿਬ ਡਾਕੂ ਪਿੱਛੇ ਖਾਲੀ ਹੱਥ ਨਹੀਂ ਜਾਈਦਾ ਤੁਸੀਂ 5 ਕਿਲੋ ਆਮ ਲੈ ਕੇ ਦੌੜੋਗੇ ਇਹ ਤੁਸੀਂ ਕੋਈ ਜ਼ਿਆਦਾ ਕਿ ਜਨਮ ਵਾਕਿਆ ਸੁਣਾਇਆ ਮੈਨੂੰ
ਇਹ ਤੁਹਾਡੇ ਨਾਲ ਹੋਇਆ ਸੀ ਅਸੀਂ ਇਹ ਭੁੱਲ ਗਏ अच्छा ਸੀ नहीं ये ठीक है लेकिन मसला है कि वो लोग बड़े अच्छे ने फैसलाबाद दे बड़े मज़ाहिया ने और एक उन्होंने ये अलहमदुलिल्लाह एक उन्होंने एजाज़ हासिल है तो अच्छा सलीम जड़ा ये बेल्जियम च सलीम अल वेला साहब शफकत साहब ना आए सी ना जी ये एक अपना मेयर अपना सफदर साहब चौधरी इमरान साकब साहब उन्होंने वो मेहमान सी पाक बेल्ज वेलफेयर ये जी ऑर्गेनाइजेशन है ਉਹਨਾਂ ਦੀ ਇੱਕ ਤੇ ਉਸ ਹਵਾਲੇ ਤੋਂ ਉਸ ਪਲੇਟਫਾਰਮ ਤੋਂ ਉਹਨਾਂ ਨੇ ਇੱਕ ਇਹ ਤਾਂ ਠੀਕ ਹੈ ਉਹਨਾਂ ਨੂੰ ਜ਼ਰਾ ਉਹਨਾਂ ਨੂੰ ਬੁਲਾਇਆ ਸੀ ਚਲੋ ਇੱਕ ਪਾਕਿਸਤਾਨੀ ਕਮਿਊਨਿਟੀ ਨੂੰ ਵੀ ਬੁਲਾਇਆ ਕਿ ਚਲੋ ਇੱਕ ਥੋੜਾ ਉਹਨਾਂ ਨਾਲ ਮੁਲਾਕਾਤ ਵੀ ਹੋ ਜਾਏ ਔਰ ਥੋੜਾ ਹੱਸ ਖੇਡ ਵੀ ਲੈਣ ਸਾਰੇ ਔਰ ਤੁਸੀਂ ਦੇਖਿਆ ਕਿ ਜਿਹੜਾ ਪ੍ਰੋਗਰਾਮ ਹੈ ਸੀ ਇਹਦੇ 'ਚ ਲੋਕਾਂ ਕਾਫੀ ਪਸੰਦ ਕੀਤਾ ਸੀ ਔਰ ਜਿੰਨੀ ਦੇਰ ਬੰਦੇ ਬੈਠੇ ਰਹੇ ਉਨੀ ਦੇਰ ਉਹ ਹੱਸਦੇ ਹੀ ਰਹੇ ਨਹੀਂ ਤੁਸੀਂ ਦੇਖਿਆ ਕਿ ਹਰ ਬੰਦੇ ਨੇ ਜੀ ਮੈਂ ਦੇਖਿਆ ਮੈਂ ਵੀ ਨਹੀਂ ਤੁਸੀਂ ਦੇਖਿਆ ਕਿ ਹਰ ਬੰਦਾ ਲਵੇਲਾ ਸਾਹਿਬ ਦੇ ਨਾਲ ਬੜੀ ਖੁਸ਼ੀ ਦਾ ਹਾਰ ਸੀ ਔਰ ਗੌਰ ਨਾਲ ਦੇਖਣ ਦੇ ਸੀ ਔਰ ਮੈਨੂੰ ਇਹ ਲੱਗ ਰਿਹਾ ਸੀ ਕਿ ਲਵੇਲਾ ਸਾਹਿਬ ਗਿਰ ਨਾ ਜਾਣ ਜਿਹਨੇ ਗੌਰ ਨਾਲ ਦੇਖਣ ਦੇ ਸੀ ਯਾਦ ਹੈ ਤੁਹਾਡੇ ਕੋਲ ਲਵੇਲਾ ਸਾਹਿਬ ਲੰਘੇ ਇੰਝ ਲੱਗਿਆ ਜਿਸ ਤਰ੍ਹਾਂ ਬੱਸ ਨੂੰ ਸਾਈਕਲ ਕ੍ਰਾਸ ਕਰ ਰਹੀ ਜਾਂਦੇ यानी ਤੁਹਾਡਾ ਜਿਸਮ ਮਾਸ਼ਾਅੱਲਾ ਠੀਕ ਠਾਕ ਔਰ ਲਵੇਲਾ ਸਾਹਿਬ ਔਰ ਲੇਕਿਨ ਇਹ ਦੇਖੋ ਕਿ ਉਹਨਾਂ ਦੀ ਜੁਗਤ ਦੇਖੋ ਕਿੰਨੀ ਪੱਕੀ ਹੈ ਬਿਲਕੁਲ ਔਰ ਮਤਲਬ ਬੜੀ ਸਾਫ਼ ਤਰ੍ਹਾਂ ਚੁੱਲ੍ਹੇ ਤੇ ਪਕਾਈ ਕਿਸੇ ਐਂਦੀ ਸੀ ਔਰ ਬੜੀ ਪੱਕੀ ਮਤਲਬ ਛੋਟੀ ਜਿਹੀ ਲਾਈਟ ਜਿਹੀ ਮਜ਼ਾਈਆ ਤੇ ਉਹ ਜਿਹੜਾ ਪ੍ਰੋਗਰਾਮ ਹੋਇਆ ਨੇ ਜਿਹਦੇ ਵਿੱਚ ਮਾਸ਼ਾਅੱਲਾ ਪਾਕਿਸਤਾਨੀ ਕਮਿਊਨਿਟੀ ਦੀਆਂ तमाम ਪਾਰਟੀਆਂ ਜਿਸ ਤਰ੍ਹਾਂ ਲਾਸਟ ਟਾਈਮ ਤੁਸੀਂ ਦੇਖਿਆ ਕਿ A1 ਨਿਊਜ਼ ਦੇ ਪਲੇਟਫਾਰਮ ਤੋਂ ਵਸੀ ਸ਼ਾਹ ਸਾਹਿਬ ਆਏ ਸੀ ਤੇ तमाम ਕਮਿਊਨਿਟੀ ਨੇ ਇਕੱਠੇ ਹੋ ਕੇ ਤੇ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ ਤੇ ਬੜਾ ਉਹਦਾ ਵੀ ਬੜਾ ਅੱਛਾ ਰਿਸਪੌਂਸ ਆਇਆ ਸੀ ਤੇ ਉਹ ਇਸ ਪ੍ਰੋਗਰਾਮ 'ਚ ਵੀ ਉਹੀ ਚੀਜ਼ ਨਜ਼ਰ ਆਈ ਹੈ हाँ बिल्कुल कि सब लोग बड़े शौक नाल आए और बड़े उन्होंने मतलब कि खुशी और बड़ी स्ट्रेस बड़ा मतलब कि अच्छा ये माहौल बनया मैं समझदा बेल्जियम दे विच एक बड़ी अच्छी ठीक है ना इस तरह के प्रोग्राम होने चाहिए ने बंदे दी स्ट्रेस खत्म होती है ठीक है जिस तरह बंदे हर वेले सियासत होगी कोई इस तरह आपे आओ सियासत असल च बहुत ज़्यादा इस तरह माहौल मिलता है ना बंदे फिर रिलैक्स होंदे थोड़ा लोग तंग आ गए यार तंग आ गए लोग इस तरह सियासी लड़ाइयां इस तरह करके तो बरल चलो मैं समझदा जी ये प्रोग्राम ਜਿਹੜਾ ਬੈਲਜੀਅਮ ਦੇ ਵਿੱਚ ਇੱਕ ਤਾਜ਼ਾ ਹਵਾ ਦਾ ਝੋਂਕਾ ਜੇ ਇਹਦੇ ਨਾਲ ਇੱਕ ਕਾਫੀ ਚੀਜ਼ਾਂ ਸਾਹਮਣੇ ਆਈਆਂ ਫਿਊਚਰ 'ਚ ਵੀ ਲੋਕ ਇਹ ਪਲਾਨਿੰਗ ਕਰ ਰਹੇ ਨੇ ਕਿ ਐਸਾ ਸਾਫ਼ ਪ੍ਰੋਗਰਾਮ ਲਿਆਂਦਾ ਜਾਏ ਜਿਹਦੇ 'ਚ ਫੈਮਲੀਆਂ ਆਪਣੀਆਂ ਮਤਲਬ ਕਿ ਬੱਚੇ ਉਹ ਸਭ ਲੋਕ ਸ਼ਿਰਕਤ ਕਰਨ ਔਰ ਇੱਕ ਅੱਛਾ ਜਿਹਾ ਮਾਹੌਲ ਪੈਦਾ ਹੋਵੇ ਤੇ ਇਹਦੇ ਵਾਸਤੇ ਜਿਹੜੇ ਸਾਥੀ ਵੀ ਕੋਸ਼ਿਸ਼ ਕਰ ਰਹੇ ਨੇ ਅਸੀਂ ਉਹਨਾਂ ਲੋਕਾਂ ਨੂੰ ਇਨਸ਼ਾਅੱਲਾ ਭਰਪੂਰ ਉਹਨਾਂ ਦੀ ਸਪੋਰਟ ਵੀ ਕਰਾਂਗੇ ਤੇ ਸਾਡੀ ਖੁਆਇਸ਼ ਹੈ ਕਿ ਇਨਸ਼ਾਅੱਲਾ ਅੱਲਾਹ ਤਾਲਾ ਜੀ ਬਿਲਕੁਲ ਉਹਨਾਂ ਦੋਸਤਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਔਰ ਤੁਸੀਂ ਵੀ ਮਾਸ਼ਾਅੱਲਾ ਇੱਕ ਨਵਾਂ ਤੁਹਾਡਾ ਵੀ ਸਾਡੇ ਸਾਹਮਣੇ ਆ ਗਿਆ ਸੀ ਕਿ ਜੱਟ ਸਾਹਿਬ ਵੀ ਮਾਸ਼ਾਅੱਲਾ ਅਗਰ ਸਟੇਜ ਤੇ ਜਾਣ ਦਾ ਕੰਮ ਕਰ ਸਕਦੇ ਨੇ ਅੱਛਾ ਤੁਸੀਂ ਤਾਂ ਅੱਜ ਮੈਨੂੰ ਫੁੱਲ ਮਰਾਸੀ ਤੇ ਕਲੀਅਰ ਕਰ ਦਿੱਤਾ ਮੈਨੂੰ ਲੱਗਦਾ ਮੈਂ ਜੱਟ ਆਪਣੇ ਨਾਮ ਤੋਂ ਨਾਲ ਹਟਾਈ ਲਵਾਂ ਵੈਸੇ ਤੁਸੀਂ ਜੱਟ ਅੰਦਰੋਂ ਇੱਕ ਫਨਕਾਰ ਹੁੰਦਾ ਇਨਸਾਨ ਦੇ ਅੰਦਰ ਨਹੀਂ ਫਨਕਾਰ ਹੁੰਦਾ ਲੇਕਿਨ ਜੱਟਾਂ ਦੀ ਫਨਕਾਰ ਮੈਂ ਅੱਗੇ ਦੇਖ ਰਿਹਾ ਬਹੁਤੇ ਫਨਕਾਰ ਤੁਹਾਡਾ ਬਹਰਾਲ ਇਹ ਇੱਕ ਅੱਛੀ ਕਾਵਿਸ਼ ਹੈ ਇਹ ਮੇਰ ਸਫਦਰ ਸਾਹਿਬ ਔਰ ਇਮਰਾਨ ਸਾਕਬ ਸਾਹਿਬ ਅਸੀਂ ਤੁਹਾਨੂੰ ਇਸ ਅੱਛੀ ਕਾਵਿਸ਼ ਤੇ ਸਲਾਮ ਪੇਸ਼ ਕਰਦੇ ਹਾਂ ਔਰ ਇਨਸ਼ਾਅੱਲਾ ਉਮੀਦ ਕਰਦੇ ਹਾਂ ਕਿ ਤੁਸੀਂ ਫਿਊਚਰ 'ਚ ਵੀ ਸਲਾਮ ਇੰਜ ਪੇਸ਼ ਕਰੋ ਨਾ ਨਹੀਂ ਸਲੂਟ ਮਾਰ ਕੇ ਪੇਸ਼ ਕਰੋ ਨਾ ਉਹ ਇੱਕ ਮੈਂ ਇੱਕ ਬੰਦੇ ਵਿਆਹ ਤੇ ਗਿਆ ਨਾ ਉਹਨੇ ਕਹਿੰਦੀ ਸਲਾਮੀ ਦਿਓ ਮੈਂ ਉਹਨੂੰ ਬਿਆਨ ਕਰਕੇ ਮੈਂ ਕਿਹਾ ਜਾਣ ਠੀਕ ਹੈ ਨਾ ਤੇ ਹਾਲੇ ਸਲਾਮੀ ਤੇ ਇਨਸ਼ਾਅੱਲਾ ਸਿਲਸਿਲਾ ਜਾਰੀ ਰਹੇਗਾ ਤੇ ਆਪਣਾ ਦੂਜੀ ਹੁਣ ਅਸੀਂ ਸਿਆਸਤ ਵੱਲ ਆਈਏ ਤੇ ਗਵਰਨਰ ਪੰਜਾਬ ਚੌਧਰੀ ਸਰਵਰ ਸਾਹਿਬ ਜਿਹੜੇ ਕੱਲ ਸ਼ਾਮ ਦੇ ਉਹ ਆਪਣਾ ਬੈਲਜੀਅਮ ਦੇ ਦੌਰੇ ਤੇ ਆ ਚੁੱਕੇ ਨੇ ਜੈਸਾ ਕਿ ਤੁਹਾਡੇ ਇਲਮ ਚ ਕਿ ਯੂਰਪ ਦੇ ਵਿੱਚ ਉਹਨਾਂ ਦੀ ਅੱਜ ਆਪਣਾ ਉਹਨਾਂ ਮੈਨੂੰ ਦਾਵਤ ਦਿੱਤੀ ਸੀ ਅੱਜ ਪਾਰਲੀਮੈਂਟ ਜਾਏ ਸੀ ਹਾਂਜੀ ਪਾਰਲੀਮੈਂਟ ਲੇਕਿਨ ਕੁਝ ਮਸਰੂਫੀ ਦੀ ਵਜ੍ਹਾ ਅਸੀਂ ਨਹੀਂ ਜਾ ਸਕੇ ਲੇਕਿਨ ਹੁਣ ਥੋੜੀ ਦੇਰ ਬਾਅਦ ਜਿਹੜਾ ਪ੍ਰੋਗਰਾਮ ਹੋਏਗਾ ਉਹਦੇ ਫਿਰ ਇਨਸ਼ਾਅੱਲਾ ਬਿਲਕੁਲ ਉਹ ਜਿਹੜੇ ਇੱਥੇ ਮਲਕ ਸਾਹਿਬ ਆਏ ਨੇ ਕਿ ਜਿਹੜਾ ਪਾਕਿਸਤਾਨ ਔਰ ਯੂਰਪੀਅਨ ਔਰ ਪਾਕਿਸਤਾਨ ਦਾ ਜਿਹੜਾ ਉਹ ਇੱਕ ਕੰਟਰੈਕਟ GSP ਪਲੱਸ ਚੱਲ ਰਿਹਾ ਨਾ ਉਸ ਹਵਾਲੇ ਨਾਲ ਮੇਰੇ ਖਿਆਲ ਉਹਨੂੰ ਨਿਊ ਉਹਦਾ ਕੋਈ ਐਸਾ ਇਸ਼ੂ ਹੈ ਉਸ ਹਵਾਲੇ ਤੋਂ ਆਪਣੀ ਬਰੀਫਿੰਗ ਦੇਣ ਆਏ ਆ ਲੇਕਿਨ ਮੈਂ ਸਮਝਦਾ ਕਿ ਇਸ ਵਕਤ ਪਾਕਿਸਤਾਨ ਦੇ ਹਾਲਾਤ ਕੁਝ ਪਹਿਲੇ ਨਾਲੋਂ ਬਿਹਤਰ ਨੇ ਜੋ ਮੇਰੀ ਮਤਲਬ ਸਟੱਡੀ ਕਿਉਂਕਿ ਦੇਖੋ ਜੇ ਪਾਕਿਸਤਾਨ ਜਿਹੜਾ ਮਾਮਲਾ ਠੀਕ ਹੁੰਦੇ ਨੇ ਸਿਆਸੀ ਹੋ ਗਏ ਮਜ਼ਹਬੀ ਹੋ ਗਏ ਜਾਂ ਜਿਸ ਤਰ੍ਹਾਂ ਦੇ ਹਾਲਾਤ ਦਹਿਸ਼ਤਗਰਦੀ ਦੇ ਮਾਮਲੇ ਸੁਣ ਪਹਿਲਾਂ ਉਹ ਸਾਰੇ ਜਿਹੜੇ ਠੰਡੇ ਹੁੰਦੇ ਨੇ ਫਿਰ ਜ਼ਾਹਿਰ ਹੈ ਬਾਹਰ ਦੇ ਮੁਲਕ ਦੇ ਜਿਹੜੇ ਲੋਕ ਉਹ ਦੇਖਦੇ ਨੇ ਕਿ ਇਹ ਮੁਲਕ ਜਿਹੜਾ ਸਾਡਾ ਸਟੇਬਲ ਹੋ ਗਿਆ ਥੋੜਾ ਉਹਦੇ ਜਗ੍ਹਾ ਆਪਣਾ ਕਾਰੋਬਾਰ ਤੁਸੀਂ ਕਰ ਸਕਦੇ ਜੀ ਤੁਸੀਂ ਹੱਸ ਰਹੇ ਨਹੀਂ ਹੱਸ ਨਹੀਂ ਮੇਰੀ ਗੱਲ ਯਾਦ ਆ ਗਈ ਤਾਂ ਦਿਨ ਦੇ ਵਿੱਚ ਸਲੀਮ ਅਲ ਵੇਲਾ ਸਾਹਿਬ ਆ ਗਏ ਨੇ ਤੇ ਉਹ ਮੇਰੀ ਉਹ ਯਕੀਨ ਕਰੋ ਮੈਨੂੰ ਹਾਸਾ ਆ ਰਿਹਾ ਉਹ ਕੀ ਗੱਲ ਕਹਿੰਦੇ ਦਿਲ ਦੀ ਗੱਲ ਨਹੀਂ ਰੱਖਣੀ ਚਾਹੀਦੀ ਨਹੀਂ ਫਿਰ ਵੀ ਉਹ ਉਹਨਾਂ ਨੇ ਜਿਹੜੀ ਵੱਡੀ ਟੋਪੀ ਪਾਈ ਸੀ ਨਾ ਉਹਨਾਂ ਦਾ ਉਹਦੇ ਚ ਮੂੰਹ ਨਹੀਂ ਸੀ ਨਜ਼ਰ ਆ ਰਿਹਾ ਮੈਨੂੰ ਇਸ ਕਰਕੇ ਮੇਰਾ ਉਸ ਚੀਜ਼ ਇੰਜ ਮੇਰੇ ਆ ਗਈ ਅੱਛਾ ਨਹੀਂ ਉਹ ਤੁਹਾਡੇ ਨਾਲ ਖਲੋ ਕੇ ਵੈਸੇ ਹੀ ਨਜ਼ਰ ਨਹੀਂ ਆ ਰਿਹਾ ਨਜ਼ਰ ਨਹੀਂ ਆ ਰਿਹਾ ਅੱਛਾ ਤੇ ਉਹ ਜਿਹੜੇ ਚੌਧਰੀ ਸਾਹਿਬ ਨੇ
ਉਹਨਾਂ ਦਾ ਦੌਰਾ ਸੀ ਇਸ ਹਵਾਲੇ ਨਾਲ, ਔਰ ਸਾਨੂੰ ਉਮੀਦ ਅਸੀਂ ਕਰਦੇ ਇਨਸ਼ਾਅੱਲਾ ਚੌਧਰੀ ਸਰਵਰ ਸਾਹਿਬ ਨੂੰ ਦੌਰਾ ਤੁਸੀਂ ਹਾਂਜੀ ਕਿਹਾ ਜਿਸ ਦਿਲ ਦਾ ਦੌਰਾ ਹੁੰਦਾ ਹੈ ਪਾਰਲੀਮੈਂਟ ਦੇ ਵਿੱਚ ਇਨਸ਼ਾਅੱਲਾ ਕਾਮਯਾਬ ਹੋ ਕੇ ਜਾਣਗੇ, ਔਰ ਪਾਕਿਸਤਾਨ ਦੀ ਬਿਹਤਰੀ ਵਾਸਤੇ ਅਲਹਮਦੁਲਿਲਾ ਉਹ ਜ਼ਾਹਿਰ ਹੈ ਜੀ ਹੁਕੂਮਤਾਂ ਕੰਮ ਕਰਦੀ ਰਹਿੰਦੀਆਂ ਨੇ ਮੁਲਕ ਨੂੰ ਬਿਹਤਰ ਕਰਨ ਵਾਸਤੇ। ਔਰ ਜਿਹੜਾ ਚੌਧਰੀ ਸਾਹਿਬ ਵੀ ਆਏ ਸਨ ਅੱਜ, ਮੈਂ ਕਿਹਾ ਜੀ ਉਹਨਾਂ ਦਾ ਪੂਰਾ ਦਿਨ ਜਿਹੜਾ ਨਾ ਸਰ ਇਹਦੇ ਵਿੱਚ ਅਸੀਂ EU ਪਾਕ ਫਰੈਂਡਸ਼ਿਪ ਦੇ ਚੇਅਰਮੈਨ ਚੌਧਰੀ ਪਰਵੇਜ਼ ਨੁਸਰ ਇਕਬਾਲ ਸਾਹਿਬ ਨੂੰ ਵੀ ਮਤਲਬ ਦਾਦ ਦੇਵਾਂਗੇ ਕਿ ਜਿਹੜੇ ਉਹਨਾਂ ਦੇ ਨਾਲ ਭਰਪੂਰ ਤਾਵਨ ਕਰ ਰਹੇ ਨੇ ਹਰ ਜਗ੍ਹਾ ਤੇ। ਉਹਨਾਂ ਦਾ ਅੱਜ ਸੱਚ ਜਿਹੜੇ ਉਹ ਕੋਈ ਯੂਰਪੀਅਨ ਮੈਂ ਉਹਨਾਂ ਨਾਲ ਮੁਲਾਕਾਤਾਂ MEP ਦੇ ਨਾਲ ਵੀ ਉਹਨਾਂ ਨੇ ਕਾਫੀ ਮੁਲਾਕਾਤਾਂ ਕਰਵਾਈਆਂ, ਔਰ ਪਾਕਿਸਤਾਨ ਦੇ ਸੌਫਟ ਇਮੇਜ ਵਾਸਤੇ ਉਹ ਕਾਫੀ ਅਲਹਮਦੁਲਿਲਾ ਕੋਸ਼ਿਸ਼ ਕਰ ਰਹੇ ਨੇ, ਤੇ ਉਹਦੇ ਵਿੱਚ ਅੱਲਾਹ ਤਾਲਾ ਨੇ ਕਾਮਯਾਬ ਕਰ। ਚਲੋ ਸਾਹਿਬ ਤੁਹਾਨੂੰ ਵੀ ਮੁਬਾਰਕਬਾਦ ਹੋਏ ਕਿ ਤੁਸੀਂ ਵੀ ਕਾਫੀ ਕੋਸ਼ਿਸ਼ ਕਰ ਰਹੇ ਹੋ। ਬਾਕੀ ਮਤਲਬ ਸਾਹਿਬ ਇਹ ਜਿਹੜਾ ਆਪਣਾ ਸੂਰਤ-ਏ-ਹਾਲ ਹੈ, ਔਰ ਤੁਸੀਂ ਇਸ ਟੌਪਿਕ ਤੇ ਕੋਈ ਗੱਲ ਕਰਨਾ ਚਾਹੁੰਦੇ ਹੋ? ਨਹੀਂ ਠੀਕ ਹੈ, ਦੇਖਦੇ ਹੁਣ ਕੀ ਇਹਨਾਂ ਦਾ ਰਿਜ਼ਲਟ ਨਿਕਲਦਾ ਹੈ, ਕਿਉਂਕਿ ਮੁਲਕ ਸਾਡੇ ਸਿਆਸਤਦਾਨ ਜਾਂ ਜਿਹੜੇ ਆਫੀਸ਼ੀਅਲ ਜਿਹੜੇ ਇੱਥੇ ਆਉਂਦੇ ਨੇ ਉਹ ਜ਼ਾਹਿਰ ਉਹਨਾਂ ਦਾ ਕੰਮ ਇਹੀ ਹੈ ਮੁਲਾਕਾਤਾਂ ਕਰਨ। ਹਾਂਜੀ, ਫਿਰ ਅੱਗੋਂ ਇਹਨਾਂ ਲੋਕਾਂ ਨੂੰ ਕਿੰਨਾ ਕਨਵਿੰਸ ਕਰਦੇ ਹਨ, ਕਿੰਨਾ ਪਾਕਿਸਤਾਨ ਦੇ ਹੱਕ 'ਚ ਲੈ ਕੇ ਆ ਸਕਦੇ ਹਨ, ਜੀ ਉਹਨਾਂ ਦੀ ਫਿਰ ਦੇਖੋ ਰਿਜ਼ਲਟ ਇਹਨਾਂ ਦਾ ਕੀ ਨਿਕਲਦਾ। ਲੇਕਿਨ ਅੱਛੀ ਕਾਵਿਸ਼ ਹੈ ਕਿ ਗਵਰਨਰ ਸਾਹਿਬ ਆਏ ਔਰ ਮੁਲਾਕਾਤਾਂ ਕੀਤੀਆਂ ਪਾਰਲੀਮੈਂਟ ਦੇ ਵਿੱਚ, ਤੇ ਇਸ ਤੋਂ ਬਾਅਦ ਜਿਹੜੀ ਕੋਈ ਲੇਟੈਸਟ ਹੋਏਗੀ ਇਨਸ਼ਾਅੱਲਾ ਨੈਕਸਟ ਪ੍ਰੋਗਰਾਮ ਦੇ ਵਿੱਚ ਕਰਾਂਗੇ। ਤੇ ਨਾਜ਼ਰੀਨ ਇਸੇ ਨਾਲ ਹੀ ਅਸੀਂ ਪ੍ਰੋਗਰਾਮ ਦੇ ਨਾਲ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਤੁਹਾਡੇ ਨਾਲ ਮੁਲਾਕਾਤ ਹੋਗੀ। ਅੱਲਾਹ ਹਾਫਿਜ਼। ਅੱਲਾਹ